ਤੁਸੀਂ ਵੇਖ ਰਹੇ ਹੋ ABP ਸਾਂਝਾ ਜੋਸ਼ ਜਜ਼ਬਾ ਜਨੂਨ। ਚੋਣ ਮੈਨੀਫੈਸਟੋ ਉਹ ਪੱਤਰ ਹੁੰਦਾ ਜਿਸ ਦੇ ਵਿੱਚ ਸਿਆਸੀ ਪਾਰਟੀਆਂ ਚੋਣਾਂ ਤੋਂ ਪਹਿਲਾਂ ਵੱਡੇ ਵਾਅਦੇ ਕਰਦੀਆਂ ਨੇ ਜਨਤਾ ਨੂੰ ਲੁਭਾਉਣ ਦੇ ਲਈ ਤਾਂ ਜੋ ਉਹ ਸੱਤਾ ਤੇ ਬਿਰਾਜਮਾਨ ਹੋ ਸਕਣ। ਕਾਂਗਰਸ ਤੇ ਬੀਜੇਪੀ ਦੋਵਾਂ ਨੇ ਹੀ ਚੋਣ ਮੈਨੀਫੈਸਟੋ ਜਾਰੀ ਕਰ ਦਿੱਤੇ ਨੇ ਤੇ ਦੋਵਾਂ ਨੇ ਵੱਡੇ ਵਾਅਦੇ ਕੀਤੇ ਨੇ। ਕਿਸਾਨੀ ਨੂੰ ਦੋਵਾਂ ਪਾਰਟੀਆਂ ਨੇ ਹੀ ਲੁਭਾਉਣ ਦੀ ਵੱਡੀ ਕੋਸ਼ਿਸ਼ ਕੀਤੀ ਹੈ। ਦਿਖਾਉਣੇ ਆ ਦੋਵਾਂ ਪਾਰਟੀਆਂ ਦੇ ਚੋਣ ਮੈਨੀਫੈਸਟੋ ਦੇ ਵੱਡੇ ਵਾਅਦੇ। बीजेपी ਦੇ ਚੋਣ ਮੈਨੀਫੈਸਟੋ ਜਾਰੀ ਕਰਨ ਸਮੇਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਡਾ ਮੈਨੀਫੈਸਟੋ ਟੁਕੜੇ ਮਾਨਸਿਕਤਾ ਨਾਲ ਤਿਆਰ ਨਹੀਂ ਕੀਤਾ ਗਿਆ, ਜਦਕਿ ਕਾਂਗਰਸ ਨੇ ਬੀਜੇਪੀ ਵੱਲੋਂ ਘੋਸ਼ਣਾ ਪੱਤਰ ਜਾਰੀ ਕਰਨ ਤੋਂ ਬਾਅਦ ਨਰਿੰਦਰ ਮੋਦੀ ਨੂੰ ਹੀ ਨਿਸ਼ਾਨੇ ਤੇ ਲਿਆ। This manifesto, in a season of manifestos, is not prepared with a tukade mindset. It's not even prepared with an Ivy League mindset. This has been prepared with a strong nationalist vision, and it has been prepared after a detailed consultation by a committee headed by Shri Rajnath Singh Ji across the country, and is therefore rooted in Indian realities. Those who failed in the past for decades, not for years, can manufacture fresh ideas for the future. But those who have delivered in the past have a credibility to offer a roadmap for the future. कि इसमें सिर्फ मैं ही मैं हूँ। एक तरफ जनता है, कांग्रेस पार्टी है, एक तरफ सिर्फ मैं ही मैं हूँ, क्योंकि मैं मेरा और मेरा अहंकार, न तो इनको कोई देश से वास्ता है, न अपने दल से वास्ता है, न अपने दल के नेताओं से वास्ता है। मैं समझता हूँ कि ये जो घोषणा पत्र है ये झूठ बनाम न्याय है, और मैं समझता हूं कि ये सिर्फ और सिर्फ झूठ का गुब्बारा है। कहते हैं कि मैं समझता हूं कि ये जो मैनिफेस्टो जारी किया इससे तो अच्छा था कि ये माफ़ीनामा जाहिर करते, क्योंकि 5 साल में कुछ भी नहीं हुआ है और हमेशा उनका जो मैनिफेस्टो होता है, घोषणा पत्र होता है, वो तो साइड पे रह जाता है। सिर्फ इनकी जो दुकान चलती है गिमिक्स और हथकंडों पे चलती है। झांसों में फांसो। जब साल 2014 के घोषणा पत्र के 125 सवाल खड़े हों तो आज के झांसा पत्र, ये संकल्प पत्र नहीं है, आज के झांसा पत्र पर भरोसा कैसे करें। फिर एक बार उन्होंने किया झांसा पत्र तैयार, झांसा पत्र तैयार। देश की जनता खारिज करेगी इस बार, और झोला उठाकर हो जाओ जाने को तैयार। मोदी सरकार ने देश के विश्वास में विष घोल दिया है। देश को आज सरकार पर भरोसा करना भारी पड़ रहा है। इस बात की पुष्टि हम नहीं, स्वयं 2014 के घोषणा पत्र भाजपा की कमेटी के प्रमुख श्री मुरली मनोहर जोशी ने की। जब उनसे पूछा कि मोदी सरकार के 5 साल के बाद कितने नंबर देंगे, तो उन्होंने कहा, एंड आई कोट, कॉपी में कुछ लिखा हो तो नंबर दूं, अनकोट। काम के नाम पर मोदी नाम के विद्यार्थी की कापी कोरी पड़ी है। ਕਾਂਗਰਸ ਨੇ ਬੀਜੇਪੀ ਤੋਂ ਅਵਲ ਰਹਿੰਦਿਆਂ 2 ਅਪ੍ਰੈਲ ਨੂੰ ਆਪਣਾ ਘੋਸ਼ਣਾ ਪੱਤਰ ਐਲਾਨ ਦਿੱਤਾ ਸੀ, ਜਦਕਿ ਬੀਜੇਪੀ ਨੇ ਅੱਜ 8 ਅਪ੍ਰੈਲ ਨੂੰ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਦੋਵੇਂ ਵੱਡੀਆਂ ਕੌਮੀ ਸਿਆਸੀ ਪਾਰਟੀਆਂ ਵੱਲੋਂ ਜਾਰੀ ਕੀਤੇ ਘੋਸ਼ਣਾ ਪੱਤਰਾਂ 'ਚ ਵੱਡੇ ਵਾਅਦੇ ਕੀਤੇ ਗਏ ਨੇ ਤਾਂ ਜੋ ਅਗਲੇ 5 ਸਾਲ ਉਹ ਦੇਸ਼ ਦੀ ਸੱਤਾ ਤੇ ਬਿਰਾਜਮਾਨ ਹੋ ਸਕਣ। ਇੱਕ ਨਜ਼ਰ ਪਾ ਲੈਂਦੇ ਹਾਂ ਬੀਜੇਪੀ ਤੇ ਕਾਂਗਰਸ ਵੱਲੋਂ ਕੀਤੇ ਵਾਅਦਿਆਂ ਤੇ।
ਕਿਸਾਨੀ ਬੀਜੇਪੀ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ, ਕਿਸਾਨਾਂ ਨੂੰ ਸਾਲਾਨਾ 6000 ਰੁਪਏ, ਕ੍ਰੈਡਿਟ ਕਾਰਡ ਤੇ 1 ਲੱਖ ਰੁਪਏ ਕਰਜ਼ ਤੇ 5 ਸਾਲ ਲਈ 0% ਵਿਆਜ ਦਰ। ਕਾਂਗਰਸ ਕਿਸਾਨਾਂ ਲਈ ਵੱਖਰਾ ਬਜਟ, ਕਰਜ਼ ਨਾ ਮੋੜਨਾ ਅਪਰਾਧਿਕ ਮਾਮਲਾ ਨਹੀਂ ਹੋਵੇਗਾ, ਗਰੀਬਾਂ ਲਈ 72000 ਰੁਪਏ ਸਾਲਾਨਾ ਦੇਣ ਦਾ ਵਾਅਦਾ। ਸਿੱਖਿਆ ਬੀਜੇਪੀ ਉੱਚ ਸਿੱਖਿਆ ਅਦਾਰਿਆਂ 'ਚ ਸੀਟਾਂ 'ਚ ਵਾਧਾ। ਕਾਂਗਰਸ ਜੀਡੀਪੀ ਦਾ 6% ਹਿੱਸਾ ਸਿੱਖਿਆ ਲਈ। ਸਿਹਤ ਬੀਜੇਪੀ 1.5 ਲੱਖ ਸਿਹਤ ਤੇ ਕਲਿਆਣ ਕੇਂਦਰਾਂ 'ਚ ਲੈਬ ਦੀ ਸੁਵਿਧਾ। ਹਰ ਜ਼ਿਲ੍ਹੇ 'ਚ ਇੱਕ ਮੈਡੀਕਲ ਕਾਲਜ ਸਥਾਪਿਤ ਕੀਤਾ ਜਾਏਗਾ। 2022 ਤੱਕ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਲਈ ਟੀਕਾਕਰਨ। ਕਾਂਗਰਸ ਸਰਕਾਰੀ ਹਸਪਤਾਲ ਸੁਵਿਧਾ ਭਰਪੂਰ ਬਣਾਏ ਜਾਣਗੇ। ਰੋਜ਼ਗਾਰ ਬੀਜੇਪੀ ਕੋਈ ਠੋਸ ਐਲਾਨ ਨਹੀਂ। ਕਾਂਗਰਸ ਖਾਲੀ ਪਈਆਂ 22 ਲੱਖ ਅਸਾਮੀਆਂ ਭਰਨ ਦਾ ਐਲਾਨ। ਰਾਸ਼ਟਰੀ ਸੁਰੱਖਿਆ ਬੀਜੇਪੀ ਅੱਤਵਾਦ ਦੇ ਮੁੱਦੇ ਤੇ ਜ਼ੀਰੋ ਟੋਲਰੈਂਸ ਨੀਤੀ। ਕਾਂਗਰਸ ਸੁਰੱਖਿਆ ਖਰਚ ਵਧਾਇਆ ਜਾਵੇਗਾ। ਅੱਤਵਾਦ, ਘੁਸਪੈਠ, ਨਸਲਵਾਦ ਤੇ ਫਿਰਕੂਵਾਦ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਵਪਾਰ ਬੀਜੇਪੀ ਰਾਸ਼ਟਰੀ ਵਪਾਰ ਕਮਿਸ਼ਨ ਬਣਾਉਣ ਦਾ ਐਲਾਨ। ਨਿਰਯਾਤ ਦੁੱਗਣਾ ਕੀਤਾ ਜਾਵੇਗਾ। 60 ਸਾਲ ਤੋਂ ਬਾਅਦ ਛੋਟੇ ਦੁਕਾਨਦਾਰਾਂ ਲਈ ਪੈਨਸ਼ਨ ਦੀ ਸੁਵਿਧਾ। ਕਾਂਗਰਸ ਨੌਜਵਾਨ ਕਾਰੋਬਾਰ ਸ਼ੁਰੂ ਕੀਤਾ ਜਾਵੇਗਾ। ਕਾਨੂੰਨ ਬੀਜੇਪੀ ਜੰਮੂ ਕਸ਼ਮੀਰ 'ਚ ਧਾਰਾ 370 ਹਟਾਉਣ ਲਈ ਵਚਨਬੱਧ। 3 ਤਲਾਕ ਬਿੱਲ ਸੰਸਦ 'ਚ ਪਾਸ ਕੀਤਾ ਜਾਵੇਗਾ। ਕਾਂਗਰਸ ਧਾਰਾ 370 'ਚ ਕੋਈ ਬਦਲਾਅ ਨਹੀਂ। ਦੇਸ਼ ਧਰੋਹ ਕਾਨੂੰਨ ਖਤਮ ਕਰਨ ਦਾ ਫੈਸਲਾ। ਮਾਨਹਾਨੀ ਤੇ ਅਫਸਫਾ ਕਾਨੂੰਨ 'ਚ ਸੋਧ ਕਰਨ ਦਾ ਫੈਸਲਾ। ਇਹਨਾਂ ਵਾਅਦਿਆਂ ਤੋਂ ਇਲਾਵਾ ਬੀਜੇਪੀ ਨੇ ਸਾਲ 2014 ਵਾਲਾ ਰਾਮ ਮੰਦਿਰ ਨਿਰਮਾਣ ਦਾ ਮੁੱਦਾ ਇਸ ਵਾਰ ਵੀ ਦੁਹਰਾਉਂਦਿਆਂ ਵਾਅਦਾ ਕੀਤਾ ਕਿ ਮੌਜੂਦਾ ਸੰਭਾਵਨਾਵਾਂ 'ਚੋਂ ਹੱਲ ਲੱਭਿਆ ਜਾਵੇਗਾ, ਜਦਕਿ ਕਾਂਗਰਸ ਨੇ ਰਾਮ ਮੰਦਿਰ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ। ਬੀਜੇਪੀ ਨੇ 2022 ਤੱਕ ਦੇਸ਼ ਦੇ ਵਿਕਾਸ ਦੀ ਗੱਲ ਆਖੀ ਹੈ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੇ ਦੇਸ਼ ਦੇ ਵਿਕਾਸ ਨੂੰ ਹੀ ਅਹਿਮ ਰੱਖਿਆ ਜਾਏਗਾ। ਤੁਸੀਂ ਵੇਖ ਰਹੇ ਹੋ ABP ਸਾਂਝਾ, ਜੋਸ਼, ਜਜ਼ਬਾ, ਜਨੂਨ।